ਲਹਿੰਦੇ ਪੰਜਾਬ ਤੋਂ ਮੈਂ ਤੁਹਾਡਾ ਹੋਸਟ ਮੈਰ ਵਕਾਰ ਅਨਵਰ ਚੂਨੀਆਂ ਦੇ ਪਿੰਡ ਕੋਟ ਅਰਜਨ ਸਿੰਘ ਦੇ ਵਿੱਚ ਦਿਲ ਦਹਿਲਾ ਦੇਣ ਵਾਲਾ ਵਾਕਿਆ ਸਾਹਮਣੇ ਆਇਆ ਹੈ। ਦੋ ਜਵਾਨ ਸਾਲਾ ਬੇਟੀਆਂ ਜ਼ਹਿਰੀਲਾ ਖਾਣਾ ਖਾਣ ਤੋਂ ਬਾਅਦ ਅੱਲਾ ਨੂੰ ਪਿਆਰੀਆਂ ਹੋ ਗਈਆਂ ਨੇ। ਇਹ ਸਾਰਾ ਵਾਕਿਆ ਕਿਸ ਤਰ੍ਹਾਂ ਬਣਿਆ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੁਕੰਮਲ ਤਫਸੀਲ ਦੱਸਾਂਗੇ। ਇਹ ਬੜਾ ਦਿਲ ਦਹਿਲਾ ਦੇਣ ਵਾਲਾ ਵਾਕਿਆ ਹੈ ਕਿ ਦੋ ਜਵਾਨ ਸਾਲਾ ਬੇਟੀਆਂ ਜਿੰਦੇ ਵਿੱਚ 20 ਸਾਲਾ ਉਮਾਰਾ 13 ਸਾਲਾ ਤਹਿਰੀਮ ਅੱਲਾ ਨੂੰ ਪਿਆਰੀਆਂ ਹੋ ਗਈਆਂ ਨੇ। ਇੱਕ ਘਰ ਹੈ ਜਿੰਦੇ ਵਿੱਚ ਰਾਤ ਨੂੰ ਖਾਣਾ ਪਕਾਇਆ ਜਾਂਦਾ ਹੈ। ਉਸ ਤੋਂ ਬਾਅਦ ਸਵੇਰ ਉੱਠ ਕੇ ਪੂਰੀ ਫੈਮਿਲੀ ਉਹ ਖਾਣਾ ਖਾਂਦੀ ਏ ਤੇ ਫੌਰੀ ਤੌਰ ਦੇ ਉੱਤੇ ਖਾਣਾ ਖਾਣ ਤੋਂ ਬਾਅਦ ਜਿਹੜੀ ਉਹਨਾਂ ਦੀ ਹਾਲਤ ਹੁੰਦੀ ਏ ਉਹ ਬੜੀ ਨਾਜ਼ੁਕ ਹੋ ਜਾਂਦੀ ਏ ਤੇ ਉਸ ਤੋਂ ਬਾਅਦ ਫੌਰੀ ਤੌਰ ਦੇ ਉੱਤੇ ਉਹਨਾਂ ਨੂੰ ਹਸਪਤਾਲ ਮੁੰਤਕਿਲ ਕਰ ਦਿੱਤਾ ਜਾਂਦਾ ਹੈ। ਤੇ ਮੌਕੇ ਦੇ ਉੱਤੇ ਹੀ ਦੋ ਜਿਹੜੀਆਂ ਭੈਣਾਂ ਨੇ ਉਹ ਦਮ ਤੋੜ ਜਾਂਦੀਆਂ ਨੇ ਤੇ ਅੱਲਾ ਨੂੰ ਪਿਆਰੀਆਂ ਹੋ ਜਾਂਦੀਆਂ ਨੇ। ਵਾਲਦਾ ਤੇ ਵਾਲਦ ਦੀ ਹਾਲਤ ਵੀ ਬੜੀ ਸੀਰੀਅਸ ਦੱਸੀ ਜਾਂਦੀ ਪਈ ਏ, ਜਿਹੜੇ ਇਸ ਟਾਈਮ ਸੀਰੀਅਸ ਹਾਲਤ ਦੇ ਵਿੱਚ ਲਾਹੌਰ ਹਸਪਤਾਲ ਦੇ ਵਿੱਚ ਦਾਖਲ ਨੇ। ਇਹ ਦਿਲ ਦਹਿਲਾ ਦੇਣ ਵਾਲਾ ਵਾਕਿਆ ਏ। ਅਮੂਮਨ ਘਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੀਆਂ ਖਵਾਤੀਨ ਹੁੰਦੀਆਂ ਨੇ ਰਾਤ ਨੂੰ ਜਦੋਂ ਖਾਣਾ ਪਕਾਉਂਦੀਆਂ ਨੇ ਉਸ ਤੋਂ ਬਾਅਦ ਜਿਹੜੇ ਬਰਤਨ ਹੁੰਦੇ ਨੇ ਉਸੇ ਤਰ੍ਹਾਂ ਹੀ ਰੱਖ ਦਿੰਦੀਆਂ ਨੇ। ਬਾਜ਼ ਦਫਾ ਕੋਈ ਐਸੀ ਚੀਜ਼ ਵਿੱਚ ਡਿੱਗ ਪੈਂਦੀ ਏ ਜਿੰਦੇ ਨਾਲ ਜ਼ਹਿਰ ਫੈਲ ਜਾਂਦੀ ਏ। ਤੇ ਕਦੀ ਕਦੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਖਵਾਤੀਨ ਜਦੋਂ ਖਾਣਾ ਪਕਾਉਂਦੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਖਾਣਾ ਹੁੰਦਾ ਏ ਉਹਨੂੰ ਉਸੇ ਤਰ੍ਹਾਂ ਹੀ ਰੱਖ ਦਿੱਤਾ ਜਾਂਦਾ ਹੈ। ਪਿੰਡ ਹੁੰਦੇ ਨੇ ਤੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਚੱਲਦਾ ਰਹਿੰਦਾ ਹੈ ਤੇ ਸਵੇਰ ਉੱਠ ਕੇ ਉਵੇਂ ਹੀ ਉਹਨਾਂ ਜਦੋਂ ਖਾਣਾ ਖਾਧਾ ਹੈ ਤੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਖਰਾਬ ਹੋ ਗਈ ਹੈ। ਉਸ ਤੋਂ ਬਾਅਦ ਹਸਪਤਾਲ ਜਦੋਂ ਰੈਫਰ ਕੀਤਾ ਗਿਆ ਤੇ ਮੌਕੇ ਦੇ ਉੱਤੇ ਹੀ ਦੋਵੇਂ ਜਿਹੜੀਆਂ ਬੇਟੀਆਂ ਨੇ ਉਹ ਅੱਲਾ ਨੂੰ ਪਿਆਰੀਆਂ ਹੋ ਗਈਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਮਾਈਤਾਂ ਨੇ ਉਹਨਾਂ ਨੂੰ ਕੋਟ ਅਰਜਨ ਸਿੰਘ ਜਦੋਂ ਪਿੰਡ ਦੇ ਵਿੱਚ ਵਾਪਸ ਲੈ ਕੇ ਆਇਆ ਗਿਆ ਹੈ ਤੇ ਪੂਰੇ ਇਲਾਕੇ ਦੇ ਵਿੱਚ ਇੱਕ ਜਿਹੜਾ ਕਹਿਰਾਮ ਹੈ ਉਹ ਮਚ ਗਿਆ ਹੈ। ਇਹ ਬੜਾ ਦਿਲ ਦਹਿਲਾ ਦੇਣ ਵਾਲਾ ਵਾਕਿਆ ਹੈ, ਇੰਤਹਾਈ ਅਫਸੋਸਨਾਕ ਵਾਕਿਆ ਹੈ। ਇਹਦੇ ਅਲਫਾਜ਼ ਨਹੀਂ ਹੈਗੇ ਕਿ ਇਹਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾਵੇ। ਇੱਕ ਘਰ ਦੇ ਵਿੱਚ ਇਸ ਟਾਈਮ ਇਹ ਜਿਹੜਾ ਕਿਆਮਤ ਦਾ ਸਮਾਂ ਹੈ ਉਹ ਬਣਿਆ ਹੋਇਆ ਹੈ। ਪੂਰੇ ਇਲਾਕੇ ਦੇ ਵਿੱਚ ਇਸ ਟਾਈਮ ਇੱਕ ਜਿਹੜੀ ਤਸ਼ਵੀਸ਼ ਦੀ ਲਹਿਰ ਹੈ ਉਹ ਪਾਈ ਜਾਂਦੀ ਪਈ ਹੈ ਤੇ ਦੂਸਰੇ ਪਾਸੇ 15 ਦੀ ਕਾਲ ਦੇ ਉੱਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਜਿਹੜੀਆਂ ਦੀਗਰ ਟੀਮਾਂ ਨੇ ਉਹ ਵੀ ਮੌਕੇ ਦੇ ਉੱਤੇ ਆ ਗਈਆਂ ਨੇ ਤੇ ਸ਼ਵਾਹਿਦ ਇਕੱਠੇ ਕੀਤੇ ਜਾਂਦੇ ਪਏ ਨੇ ਤੇ ਮਜ਼ੀਦ ਇਹਦੇ ਵਿੱਚ ਜਿਹੜੀ ਤਫਤੀਸ਼ ਦਾ ਅਮਲ ਹੈ ਉਹ ਕੀਤਾ ਜਾਂਦਾ ਪਿਆ ਤਾਂ ਕਿ ਪਤਾ ਚੱਲ ਜਾਵੇ ਕਿ ਇਹ ਸਾਰਾ ਅਫਸੋਸਨਾਕ ਵਾਕਿਆ ਕਿਸ ਤਰ੍ਹਾਂ ਬਣਿਆ ਹੈ, ਕਿਸ ਤਰ੍ਹਾਂ ਇਹ ਜਿਹੜੀਆਂ ਜਾਨਾਂ ਨੇ ਅੱਲਾ ਨੂੰ ਪਿਆਰੀਆਂ ਹੋਈਆਂ ਨੇ। ਤੇ ਇਹ ਸਟੋਰੀ ਕਰਨ ਦਾ ਮਕਸਦ ਇਹ ਆ ਕਿ ਘਰਾਂ ਦੇ ਵਿੱਚ ਜਦੋਂ ਵੀ ਤੁਸੀਂ ਖਾਣਾ ਪਕਾਓ ਜਿਹੜੇ ਬਰਤਨ ਨੇ ਉਹਨਾਂ ਨੂੰ ਧੋ ਕੇ ਸਾਫ਼ ਕਰਕੇ ਉਸ ਤੋਂ ਬਾਅਦ ਪਕਾਓ ਤਾਂ ਕਿ ਜਿਹੜੀਆਂ ਤੁਹਾਡੀਆਂ ਕੀਮਤੀ ਜਾਨਾਂ ਨੇ ਉਹ ਮਹਿਫੂਜ਼ ਰਹਿਣ, ਬੱਚੇ ਵੀ ਮਹਿਫੂਜ਼ ਰਹਿਣ। ਇਹ ਬੜਾ ਦਿਲ ਦਹਿਲਾ ਦੇਣ ਵਾਲਾ ਵਾਕਿਆ ਹੈ। ਇਹ ਹੁਣ ਤਫਤੀਸ਼ ਦਾ ਜਿਹੜਾ ਅਮਲ ਹੈ ਉਹ ਕੀਤਾ ਜਾਂਦਾ ਪਿਆ। ਹੁਣ ਦਾਰਿਆਂ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਇਹ ਜਿਹੜਾ ਵਾਕਿਆ ਬਣਿਆ ਇਹਦੀ ਜਿਹੜੀ ਤਫਸੀਲ ਹੈ ਉਹ ਸਾਹਮਣੇ ਲੈ ਕੇ ਆਉਣ ਤਾਂ ਕਿ ਪਤਾ ਚੱਲ ਸਕੇ ਕਿ ਕਿਸੇ ਨੇ ਖਾਣੇ ਦੇ ਵਿੱਚ ਜ਼ਹਿਰ ਮਿਲਾਇਆ ਜਾਂ ਕਿ ਜ਼ਹਿਰੀਲਾ ਖਾਣਾ ਸੀ। ਇਸ ਵਾਲਦੈਨ ਵਾਸਤੇ ਵੀ ਦੁਆ ਕਰੋ ਜਿਹੜੇ ਹਸਪਤਾਲ ਦੇ ਵਿੱਚ ਇਸ ਟਾਈਮ ਦਾਖਲ ਨੇ ਤੇ ਨਾਲ ਉਹਨਾਂ ਬੱਚਿਆਂ ਵਾਸਤੇ ਵੀ ਦੁਆ ਕਰੋ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਨੇ ਤਾਂ ਕਿ ਅੱਲਾਹ ਤਾਲਾ ਉਹਨਾਂ ਦੀ ਮਗਫਰਾਤ ਫਰਮਾ ਦੇਵੇ ਤੇ ਵਾਲਦੈਨ ਨੂੰ ਸਬਰ ਜਮੀਲ ਅਤਾ ਫਰਮਾ ਦੇਵੇ। ਵਾਲਦੈਨ ਵਾਸਤੇ ਵੀ ਦੁਆ ਕਰੋ ਕਿ ਅੱਲਾਹ ਤਾਲਾ ਉਹਨਾਂ ਨੂੰ ਸਿਹਤ ਵਾਲੀ ਲੰਬੀ ਜ਼ਿੰਦਗੀ ਅਤਾ ਫਰਮਾਵੇ। ਇੱਕ ਵਾਲਦੈਨ ਹੀ ਜਾਣ ਸਕਦਾ ਹੈ ਤੇ ਵੇਖ ਸਕਦਾ ਹੈ ਕਿ ਜਿਹੜੀ ਜਵਾਨ ਔਲਾਦ ਹੈ ਉਹਦਾ ਦੁਨੀਆ ਤੋਂ ਚਲੇ ਜਾਣਾ ਕਿਸੇ ਕਿਆਮਤ ਤੋਂ ਘੱਟ ਨਹੀਂ ਹੁੰਦਾ। ਅੱਲਾਹ ਤਾਲਾ ਇਸ ਤਰ੍ਹਾਂ ਦਾ ਸਦਮਾ ਕਿਸੇ ਨੂੰ ਵੀ ਨਾ ਦੇਵੇ। ਇਸ ਟਾਈਮ ਤਹਿਸੀਲ ਚੂਨੀਆਂ ਦੀ ਜਿਹੜੀ ਆਵਾਮ ਹੈ ਇਸ ਵਾਕਿਏ ਦੇ ਉੱਤੇ ਬੜੀ ਅਫਸੋਸ ਦਾ ਇਜ਼ਹਾਰ ਕਰਦੀ ਪਈ, ਇੱਕ ਤਸ਼ਵੀਸ਼ ਦੀ ਲਹਿਰ ਪਾਈ ਜਾਂਦੀ ਪਈ ਹੈ। ਅੱਜ ਸਵੇਰ ਤੋਂ ਹੀ ਇਹ ਜਿਹੜੀ ਖਬਰ ਹੈ ਗਰਦਸ਼ ਕਰਦੀ ਪਈ ਹੈ। ਦਿਲ ਦਹਿਲਾ ਦੇਣ ਵਾਲਾ ਵਾਕਿਆ ਹੈ। ਮਜ਼ੀਦ ਜਿਹੜੇ ਹਕਾਇਕ ਨੇ ਤਫਤੀਸ਼ ਤੋਂ ਬਾਅਦ ਹੀ ਸਾਹਮਣੇ ਆਉਣਗੇ। ਅੱਜ ਦੇ ਪ੍ਰੋਗਰਾਮ ਤੋਂ ਮੈਨੂੰ ਦਿਓ ਇਜਾਜ਼ਤ। ਇੱਕ ਨਵੇਂ ਪ੍ਰੋਗਰਾਮ ਦੇ ਨਾਲ ਤੁਹਾਡੇ ਨਾਲ ਫਿਰ ਹੋਵੇ ਦੀ ਮੁਲਾਕਾਤ।